हाँ जी, सत श्री अकाल जी सारिਆਂ ਨੂੰ। ਤੁਸੀਂ ਸੁਣ ਰਹੇ ਜੀ ਕੁਲਵੀਰ ਸਿੰਘ ਦੇ ਨਾਲ ਆਪਣਾ ਚੈਨਲ, ਤੁਹਾਡਾ ਆਪਣਾ ਚੈਨਲ ਇਹਦਾ ਪੰਜਾਬੀ। ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਇਟਲੀ ਦੇ ਵਿੱਚ ਇੱਕ ਵਾਰ ਫਿਰ ਬਰਸਿਆ ਕਹਿਰ ਜੀ, ਜਿਹੜੇ ਗਿਣਤੀ ਆ ਪਾਰ ਕਰ ਗਈ ਹੱਦਾਂ। ਲਾਸਟ ਲਈ ਕਾਫੀ ਟਾਈਮ ਤੋਂ ਗਿਣਤੀ ਇਟਲੀ ਦੇ ਵਿੱਚ ਕਾਬੂ ਸੀ। ਹੱਲਾਸ਼ੇਰੀ ਦੇਣ ਤੋਂ ਬਾਅਦ WHO ਤੋਂ ਬਾਅਦ ਪਤਾ ਨਹੀਂ ਕੀ ਹੋਇਆ, ਇੱਕ ਵਾਰ ਫਿਰ ਵੱਧ ਗਈ ਗਿਣਤੀ ਇਟਲੀ ਦੇ ਵਿੱਚ। 1,18,236 ਟੈਸਟ ਕੀਤੇ ਗਏ ਨੇ, ਕੱਲ੍ਹ ਦੇ ਨਾਲੋਂ 12,000 ਟੈਸਟ ਵੱਧ ਕੀਤਾ ਗਿਆ। ਅਤੇ ਜਿਹਦੇ ਸਿੱਟੇ ਵਜੋਂ ਅੱਜ ਇਟਲੀ ਦੇ ਵਿੱਚ ਜਿਹੜੀ ਗਿਣਤੀ ਹੈ ਜੀ, ਨਵੇਂ ਕੇਸ 2,548 ਆਏ ਨੇ, 1,140 ਮਰੀਜ਼ ਠੀਕ ਹੈ ਅਤੇ 24 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ ਇਟਲੀ ਦੇ ਵਿੱਚ। ਅਤੇ ਤੁਹਾਨੂੰ ਯਾਦ ਕਰਾਈਏ, ਜਿਸ ਟਾਈਮ ਅਸੀਂ ਰਿਕਾਰਡ ਕਰ ਰਹੇ ਹਾਂ ਉਸ ਵੇਲੇ ਇੰਡੀਆ ਦੀ ਜੇਕਰ ਅਸੀਂ ਸਿਚੁਏਸ਼ਨ ਦੇਖੀਏ ਤਾਂ ਆ ਚੁੱਕੇ ਨੇ ਜੀ 58,096 ਨਵੇਂ ਕੇਸ, 53,662 ਮਰੀਜ਼ ਠੀਕ ਅਤੇ 590 ਦੀ ਹੋਈ ਮੌਤ। ਪੰਜਾਬ ਦੇ ਵਿੱਚ 1,265 ਨਵੇਂ ਕੇਸ, 2,271 ਮਰੀਜ਼ ਠੀਕ ਅਤੇ 45 ਦੀ ਮੌਤ, 15,763 ਪੰਜਾਬ ਦੇ ਵਿੱਚ ਐਕਟਿਵ ਕੇਸ ਚੱਲ ਰਿਹਾ ਜੀ। ਹਰਿਆਣੇ ਦੇ ਵਿੱਚ 1,313 ਨਵੇਂ ਕੇਸ, ਇਹ 2,161 ਮਰੀਜ਼ ਠੀਕ, 20 ਦੀ ਹੋਈ ਮੌਤ ਅਤੇ 13,472 ਚੱਲ ਰਿਹਾ ਜੀ ਪੋਜ਼ੀਟਿਵ ਹਰਿਆਣੇ ਦੇ ਵਿੱਚ ਇਸ ਟਾਈਮ ਕੇਸ। ਪਾਕਿਸਤਾਨ ਦੀ ਗੱਲ ਕਰੀਏ, 543 ਨਵੇਂ ਕੇਸ, 5 ਦੀ ਹੋਈ ਮੌਤ, 616 ਹੋਏ ਠੀਕ ਲਾਸਟਲੇ 24 ਘੰਟੇ। ਹਜੇ 23 ਬੰਦੇ ਗਏ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ। 34,000 ਤੋਂ ਉੱਤੇ ਟੈਸਟ ਕੀਤਾ ਗਿਆ। ਪਾਕਿਸਤਾਨ ਦੇ ਪੰਜਾਬ ਦੇ ਵਿੱਚ 99,479 ਟੋਟਲ ਕੇਸ ਇਸ ਟਾਈਮ ਦਰਜ ਹੋ ਚੁੱਕੇ ਨੇ ਜੀ। ਹੁਣ ਚੱਲਦੇ ਹਾਂ ਜੀ ਆਪਣੀਆਂ ਮੇਨ ਖਬਰਾਂ ਵੱਲ, ਅਪਡੇਟਾਂ ਦੇ ਵਿੱਚ। ਸਭ ਤੋਂ ਪਹਿਲਾਂ ਜੋ ਅਪਡੇਟ ਆ ਰਿਹਾ ਜੀ, ਇੰਗਲੈਂਡ ਦੇ ਵਿੱਚ 7,000 ਨਵੇਂ ਟੋਟਲ ਕੇਸ ਆ ਗਏ ਨੇ ਲਾਸਟਲੀ 24 ਘੰਟਿਆਂ ਦੇ ਵਿੱਚ। ਤਕਰੀਬਨ 7,000 ਹੀ ਹੈ ਜੀ, 6,914 ਕੇਸ ਰਜਿਸਟਰ ਹੋਇਆ। ਅਤੇ ਇੰਗਲੈਂਡ ਦੇ ਜਿਹੜੇ ਹਾਲਾਤ ਜਿਸ ਹਿਸਾਬ ਦੇ ਨੇ, ਉੱਥੇ ਜਿਹੜੇ ਲੋਕਡਾਊਨ ਦੀਆਂ ਸਥਿਤੀਆਂ ਸਾਰੇ ਇੰਗਲੈਂਡ ਦੇ ਵਿੱਚ ਲੱਗਣ ਦਾ ਖਤਰਾ ਬਣ ਰਿਹਾ ਜੀ। ਇਟਲੀ ਦੇ ਵਿੱਚ ਤੁਹਾਨੂੰ ਦੱਸੀਏ ਕਿ ਪਹਿਲਾਂ ਤੀਜੀ ਚੌਥੀ ਲਹਿਰ ਬਾਰੇ ਗੱਲ ਕੀਤੀ ਜਾ ਰਹੀ ਸੀ, ਪਰ ਅੱਜ 2,500 ਤਕਰੀਬਨ ਆਉਣ ਤੋਂ ਬਾਅਦ ਕੀ ਹੋਇਆ ਜੀ ਕਿ 3,000 ਬੰਦੇ ਜਮ੍ਹਾਂ ਕਰਨੇ ਪਏ, ਐਡਮਿਟ ਕਰਨੇ ਪਏ ਹੌਸਪੀਟਲਾਂ ਦੇ ਵਿੱਚ। ਤਕਰੀਬਨ 2,500 ਕੇਸ ਤੋਂ ਬਾਅਦ ਇਟਲੀ ਦੇ ਵਿੱਚ ਵੀ ਦੂਜੀ ਲਹਿਰ ਦੀ ਇੱਕ ਵਾਰ ਫਿਰ ਗੱਲ ਸ਼ੁਰੂ ਹੋਣੀ ਹੋ ਗਈ ਹੈ ਜੀ। ਐਕਸਪਰਟਾਂ ਦਾ ਇਹ ਕਹਿਣਾ ਸੀ ਕਿ ਇਟਲੀ ਦੇ ਵਿੱਚ ਜਿਹੜੇ ਕੇਸ ਨੇ ਵਧਣਗੇ, ਪਰ ਜਨਵਰੀ ਫਰਵਰੀ ਦੇ ਵਿੱਚ ਵਧਣਗੇ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ 1 ਅਕਤੂਬਰ ਨੂੰ ਵੀ ਗਾਹ ਪੈ ਸਕਦਾ ਜੀ। ਅਤੇ ਤੁਹਾਨੂੰ ਜਿੱਦਾਂ ਦੱਸਿਆ ਕਿ 2,548 ਆਏ ਨੇ ਜੀ। ਜੇ ਅਸੀਂ ਸੇਨਾ ਦੀ ਗੱਲ ਕਰੀਏ ਤਾਂ ਸੇਨਾ ਦੇ ਵਿੱਚ ਅੱਜ ਇੱਕ ਪੋਜ਼ੀਟਿਵ ਪਾਇਆ, ਇੱਕ ਪ੍ਰੋਫੈਸਰ ਪੋਜ਼ੀਟਿਵ ਪਾਇਆ ਗਿਆ ਜੀ, ਜੋ 5 ਕਲਾਸਾਂ ਨੂੰ ਪੜ੍ਹਾ ਰਿਹਾ ਸੀ ਅਤੇ 5 ਦੀਆਂ 5 ਕਲਾਸਾਂ ਰੰਗ ਹੋ ਗਈਆਂ। ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਜੀ। 100 ਬੱਚੇ ਕੁਆਰੰਟਾਈਨ ਕਰ ਦਿੱਤੇ ਗਏ ਨੇ ਜੀ। ਲੋਂਬਰਦੀਆ ਦੇ ਵਿੱਚ 324 ਨਵੇਂ ਕੇਸ ਆਏ ਨੇ, 5 ਦੀ ਹੋਈ ਮੌਤ। ਅਤੇ ਬਾਅਦ 'ਚ ਦੇਖਦੇ ਹਾਂ, ਜੇਕਰ ਸਾਡੇ ਕੋਲ ਟਾਈਮ ਹੋਇਆ ਤਾਂ ਤੁਹਾਨੂੰ ਦੱਸਾਂਗੇ ਵੀ ਕਿੱਥੇ ਕਿੰਨੇ ਆ ਜੀ। ਉਸ ਤੋਂ ਬਾਅਦ TG ਊਨੋ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੋਣਾ ਕਿਹੜਾ ਜੀ, ਖਬਰਾਂ ਵਾਲੇ ਨੇ TG ਊਨੋ ਵਾਲੇ। ਇਹਨਾਂ ਦੇ ਵਿੱਚ ਵੀ 2 ਬੰਦੇ ਖਬਰਾਂ ਵਾਲੇ, ਖਬਰੀ ਪੱਤਰਕਾਰ ਵੀ ਹੋਏ ਇਸ ਵਾਇਰਸ ਦਾ ਸ਼ਿਕਾਰ ਜੀ। ਥੈਰੇਪੀ ਇੰਟੈਂਸਿਵਾ ਦੇ ਵਿੱਚ ਪਹੁੰਚਾਇਆ COVID-19 ਨੇ, ਸੀਰੀਅਸ ਕੰਡੀਸ਼ਨਾਂ ਦੇ ਵਿੱਚ ਪਹੁੰਚਾਇਆ ਉਹਨਾਂ ਨੂੰ COVID-19 ਨੇ। ਸਕੂਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਟਾਈਟਲ ਦੇ ਵਿੱਚ ਅਸੀਂ ਲਿਖਿਆ ਕਿ ਬੱਚੇ ਹੋ ਰਹੇ ਨੇ ਬਿਮਾਰ, ਪਰ ਪਰਵਾਹ ਨਹੀਂ ਕਰਦੀ ਅੱਜ ਦੀ ਸਰਕਾਰ। ਕੀ ਕਰੇ ਸਰਕਾਰ? ਸਕੂਲਾਂ ਦੇ ਵਿੱਚ ਬਾਰੀ ਦੇ ਵਿੱਚ ਇੱਕ ਸਕੂਲਾਂ ਮੀਡੀਆ ਕਿਹਨੂੰ ਕਹਿੰਦੇ ਜੀ, ਜਿਸ ਵਿੱਚ ਬੱਚੇ 8ਵੀਂ ਕਲਾਸ ਤੱਕ ਪੜ੍ਹਦੇ ਨੇ, ਕੁਆਰੰਟਾਈਨ ਕਰਨੇ ਪੈ ਗਏ ਜੀ 2 ਹਫ਼ਤਿਆਂ ਦੇ ਲਈ ਸਾਰੇ ਬੱਚੇ। ਫਿਲਹਾਲ ਖਬਰ ਇਹ ਨਹੀਂ ਦਿੱਤੀ ਕਿ ਪੂਰੇ ਦੇ ਪੂਰੇ ਸਕੂਲ ਨੂੰ ਬੰਦ ਕੀਤਾ ਜਾਏਗਾ, ਪਰ ਖਬਰ ਇਹ ਹੈ ਜੀ ਕਿ 14 ਦਿਨਾਂ ਦੇ ਲਈ ਕਰਨਾ ਪੈ ਗਿਆ ਕੁਆਰੰਟਾਈਨ। ਕੰਪਨੀਆਂ ਵੀ ਪੂਰੀ ਜੋਸ਼ੋ ਹੋਸ਼ ਦੇ ਵਿੱਚ ਲੱਗਾ ਹੈ ਜੀ। 390 ਨਵੇਂ ਕੇਸ ਆ ਗਏ ਨੇ। ਜੇ ਇਸ ਹਿਸਾਬ ਦੇ ਨਾਲ ਇੱਕ ਅੱਧਾ ਦਿਨ ਹੋਰ ਨਵਾਂ ਕੇਸ ਆਇਆ ਤਾਂ ਪੂਰੇ ਕੰਪਨੀਆਂ ਦੇ ਵਿੱਚ ਲੱਗ ਸਕਦਾ ਜੀ ਲੋਕਡਾਊਨ। ਤੁਹਾਨੂੰ ਸਾਰਿਆਂ ਨੂੰ ਪਤਾ ਵਿਨਚੈਂਸੋ ਦੇ ਲੂਕਾ ਬੜਾ ਇੱਕ ਕੱਬੇ ਸੁਭਾਅ ਦਾ ਗਵਰਨਰ ਹੈ ਜੀ। ਵੈਨੇ ਤੋਂ ਵੀ ਅੱਜ ਕੁਛ ਘੱਟ ਨਹੀਂ ਜੀ, 445 ਨਵੇਂ ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ ਆ ਗਏ ਨੇ। ਉਸ ਤੋਂ ਬਾਅਦ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹਦੇ ਬਾਰੇ ਤੁਹਾਨੂੰ ਕੱਲ੍ਹ ਵੀ ਦੱਸਿਆ, ਇਟਲੀ ਨੇ 800 ਪ੍ਰਕਾਰ ਦੇ ਨਵੇਂ ਐਂਟੀਕੋਰਪੀ ਲੱਭੇ ਨੇ 509 ਪੇਸ਼ੈਂਟਾਂ ਵਿੱਚੋਂ। ਐਂਟੀਕੋਰਪੀ ਸੁਪਰਮੈਨ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਜੀ, ਪਾਵਰ ਵਾਲੇ, ਜੋ ਉਹ ਕੀਟਾਣੂ ਨੇ ਸਰੀਰ ਦੇ ਵਿੱਚ ਪੈਦਾ ਹੋਇਆ COVID-19 ਦਾ ਜਿਹੜਾ ਅਸਰ ਘਟਾਉਂਦੇ ਨੇ। ਇਹਨਾਂ ਦੇ ਨਾਲ ਹੁੰਦਾ ਕੀ ਹੈ ਜੀ, ਇਹਦੇ ਨਾਲ ਇਹੀ ਹੁੰਦਾ ਤਕਰੀਬਨ 60% ਲੋਕਾਂ ਦੀ ਮੌਤ ਘੱਟ ਹੋ ਸਕਦੀ ਆ। 1000 ਪਿੱਛੇ 600 ਬੰਦਾ ਮਰਨ ਤੋਂ ਬਾਅਦ 'ਚ ਸਕਦਾ ਜੀ। ਫੌਜਾਂ ਦੇ ਵਿੱਚ
ਹੋਇਆ ਨਵਾਂ ਐਲਾਨ ਜੀ। ਆਲਾ ਪੈਰ ਤੋਂ ਹੁੰਦਾ ਬਾਹਰ, 12 ਤੋਂ ਬਾਹਰ ਖੜ ਕੇ ਜਾਂ ਜਿੱਦਾਂ ਮਰਜੀ ਖਾਣਾ ਪੀਣਾ ਹੋਇਆ ਮਨਾ, ਅਤੇ ਜਿਹੜਾ ਮਾਸਕ ਲਾਉਣਾ ਹੋਇਆ ਜ਼ਰੂਰੀ। ਇਹ ਜੀ ਉੱਥੇ ਫਰਾਂਕੋ ਲੰਦੇਲਾ ਜਿਨ੍ਹਾਂ ਦਾ ਨਾਮ ਉੱਥੇ ਦਾ ਸਰਪੰਚ ਵਾ, ਉਹਨੇ ਕਿਹਾ ਕਿ ਜੀ ਮੇਰੇ ਏਰੀਏ ਦੇ ਵਿੱਚ ਮਾਸਕ ਤੋਂ ਬਿਨਾਂ ਕੋਈ ਬੰਦਾ ਦਿਸਣਾ ਨਹੀਂ ਚਾਹੀਦਾ, ਜੇ ਦਿਸਿਆ ਤਾਂ ਉਹਨੂੰ ਜੁਰਮਾਨਾ ਚੰਗਾ ਕੀਤਾ ਜਾਏਗਾ। 400 ਦੇ ਜੁਰਮਾਨੇ ਤਾਂ ਕੱਲ੍ਹ ਵੀ ਹੁੰਦੇ ਰਹੇ ਨੇ। ਅਤੇ ਇਟਲੀ ਦੇ ਵਿੱਚ ਹੁਣ ਇਕਬਾਲ ਕੋਮੀਤਾ ਤੋਂ ਟੈਕਨੀਕੋ ਸ਼ੈਂਟੀਫਿਕੋ ਵੱਲੋਂ ਇੱਕ ਨਵਾਂ ਐਲਾਨ ਹੈ ਜੀ। ਕਹਿ ਰਹੇ ਨੇ ਕਿ ਕੀ ਤੁਸੀਂ ਦੁਬਾਰਾ ਇਟਲੀ ਨੂੰ ਇੱਕ ਵਾਰ ਫਿਰ ਗੋਡਿਆਂ ਭਰ ਬਿਠਾਲ ਕੇ ਇਹਨੂੰ ਪਿੰਜਰੇ ਦੇ ਵਿੱਚ ਬੰਦ ਕਰਨਾ ਚਾਹੁੰਦੇ ਹੋ, ਲੋਕਡਾਊਨ ਲਾਉਣਾ ਚਾਹੁੰਦੇ ਹੋ? ਤਾਂ ਪਰ ਮਿਓਤਸੋ ਜੀ ਨੇ ਕਿਹਾ ਨਹੀਂ। ਫਿਲਹਾਲ ਅਗੋਸਤੀਨੋ ਮਿਓਤਸੋ ਜੀ ਇਹ ਕਹਿ ਰਹੇ ਨੇ ਕਿ ਜੇ ਹਰ ਬੰਦਾ ਜੋ ਅਸੀਂ ਹਿਦਾਇਤਾਂ ਦੇ ਰਹੇ ਹਾਂ ਜੀ ਉਹਨਾਂ ਦੇ ਉੱਤੇ ਖਰਾ ਉਤਰਦਾ ਤਾਂ ਸਾਨੂੰ ਲੋੜ ਨਹੀਂ ਇਟਲੀ ਨੂੰ ਬੰਦ ਕਰਨ ਦੀ, ਪਰ ਜੇਕਰ ਬੰਦੇ ਆਪਣੀਆਂ ਮਨ ਮਰਜ਼ੀਆਂ ਕਰਨਗੇ ਤਾਂ ਫਿਰ ਸਾਨੂੰ ਵੀ ਮਜਬੂਰਨ ਕੋਈ ਹੱਲ ਜ਼ਰੂਰ ਕਰਨਾ ਪੈਣਾ ਜੀ। ਇਟਲੀ ਦੇ ਵਿੱਚ ਜਿਹੜੀ ਵੈਕਸੀਨ ਹੁੰਦੀ ਹੈ ਐਂਟੀ ਇਨਫਲੂਐਂਸਾ ਵਾਲੇ, ਜੋ ਕਿ ਖੰਘ, ਰੇਸ਼ਾ ਬੁਖਾਰ, ਸਰਦੀਆਂ ਦੇ ਵਿੱਚ ਹੋ ਰਹੇ ਮਾੜੇ ਮੋਟੇ ਫਲੂ ਤੋਂ ਹੁੰਦੀ ਹੈ ਜੀ, ਉਹ ਅੱਜ ਸ਼ੁਰੂ ਹੋ ਗਈ ਹੈ। ਪਰ 90% ਤੱਕ ਲੋਕਾਂ ਨੇ ਇਹਦੀ ਮੰਗ ਕਰ ਲਈ ਆ। ਕਹਿਣ ਦਾ ਮਤਲਬ ਜੇ ਇੱਕ ਪਿੰਡ ਦੇ ਵਿੱਚ 100 ਆਈਆਂ ਸੀ ਤਾਂ 100 ਦੇ ਪਿੱਛੇ 90 ਬੰਦੇ ਪਹੁੰਚੇ ਨੇ ਪਹਿਲਾਂ ਹੀ ਉਹਨੂੰ ਦਵਾਈ ਨੂੰ ਲੈਣ ਦੇ ਲਈ, ਪਰ ਦਵਾਈਆਂ ਨਹੀਂ ਮਿਲ ਰਹੀਆਂ ਜੀ। ਇਸ ਟਾਈਮ ਬਹੁਤ ਘੱਟ ਆ ਜੀ। ਜੇਨਵਾ ਅਤੇ ਤੋਰੀਨੋ ਦਾ ਜਿਹੜਾ ਮੈਚ ਆ ਪੋਸਟਪੋਨ ਕਰ ਦਿੱਤਾ ਗਿਆ ਜੀ, ਕਿਉਂਕਿ 15 ਪੋਜ਼ੀਟਿਵ ਬੰਦੇ ਸਾਹਮਣੇ ਆਏ ਸੀ ਜੀ। ਆਕਸਫੋਰਡ ਦੀ ਐਸਟਰਾਜ਼ੇਨੇਕਾ ਤੁਹਾਨੂੰ ਸਭ ਨੂੰ ਪਤਾ ਜੀ, ਜਿਹੜੀ ਵੈਕਸੀਨ ਹੈ ਜਿਹਦੇ ਬਾਰੇ ਅਸੀਂ ਬਹੁਤ ਗੱਲ ਕੀਤੀ ਹੈ ਜੀ, ਇੱਕ ਬਹੁਤ ਹੀ ਅੱਛੇ ਪੜਾਅ ਤੱਕ ਪਹੁੰਚ ਗਈ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਰਹੇ ਨੇ ਜੀ ਕਿ ਇਹਨੂੰ ਛੇਤੀ ਹੀ ਲਾਂਚ ਕੀਤਾ ਜਾਏਗਾ। ਪਰ ਇਟਲੀ ਦੇ ਸਿਹਤ ਮੰਤਰੀ ਦਾ ਬਿਆਨ ਆ ਜੀ, ਇਟਲੀ ਦੇ ਵਿੱਚ ਇਹ ਜੋ ਵੈਕਸੀਨ ਆ ਹੁਣ ਪਹਿਲੇ ਮਹੀਨਿਆਂ ਦੇ ਵਿੱਚ ਆ ਸਕਦੀ ਆ 2021 ਦੇ ਕਹਿਣ ਦਾ ਮਤਲਬ। ਪਰ ਫਿਲਹਾਲ ਤੁਸੀਂ ਫਿਰ ਵੀ 2021 ਜਨਵਰੀ ਫਰਵਰੀ ਨਾ ਰੱਖੋ, ਇਹਨਾਂ ਦੇ ਲਈ ਪਹਿਲੇ ਮਹੀਨੇ ਮਾਰਚ ਅਪ੍ਰੈਲ ਮਈ ਜੂਨ ਤੱਕ ਵੀ ਜਾ ਸਕਦੇ ਨੇ, ਕਿਉਂਕਿ ਹਰ ਰੋਜ਼ ਜਿੱਦਾਂ ਗੱਲਾਂ ਚੱਲ ਰਹੀਆਂ ਸੀ। ਪਰ ਇੱਕ ਹੋਰ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਦੁਨੀਆ ਦੇ ਉੱਤੇ 15-20% ਅਮੀਰ ਲੋਕ ਨੇ ਉਹਨਾਂ ਨੇ 3 ਸਾਲ ਦਾ ਕੋਟਾ ਪਹਿਲਾਂ ਹੀ ਖਰੀਦਿਆ ਹੋਇਆ। ਬਾਕੀ ਦੇਖਾਂਗੇ ਜੀ ਆਮ ਆਦਮੀ ਤੱਕ ਕਿੰਨੀ ਪਹੁੰਚਦੀ ਹੈ ਇਹ ਵੈਕਸੀਨ। ਪੀਮੋਂਤੇ ਦੇ ਨੇ ਇੱਕ ਕੀਤਾ ਜੀ ਨਵਾਂ ਕਾਨੂੰਨ ਜਾਰੀ ਕੀਤਾ, ਨਵਾਂ ਆਰਡੀਨੈਂਸ ਜਾਰੀ ਕੀਤਾ ਜੀ। ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਲਬਰਟੋ ਚੀਰੀਓ ਕਹਿ ਰਹੇ ਨੇ ਜੀ ਬੱਚਿਆਂ ਦੇ ਸਕੂਲ ਦੇ ਕੋਲ ਜੇਕਰ ਤੁਸੀਂ ਘੁੰਮਣਾ ਚਾਹੇ ਹੋ, ਮਾਪੇ ਆ ਜਾਂ ਫਿਰ ਆਂਢ ਗੁਆਂਢ ਜਾਂ ਉੱਦਾਂ ਨੇੜਿਓਂ ਲੰਘ ਰਿਹਾ, ਤਾਂ ਤੁਹਾਡੇ ਕੋਲ ਮੂੰਹ 'ਤੇ ਮਾਸਕ ਹੋਣਾ ਚਾਹੀਦਾ। ਮਾਸਕ ਤੋਂ ਬਿਨਾਂ ਬੱਚੇ ਦੇ ਸਕੂਲ ਦੇ ਲਾਗੇ ਤਾਂ ਅੱਗੇ ਵੀ ਦਿਸਣੇ ਨਹੀਂ ਚਾਹੀਦੇ। ਅਰਜਨਟੀਨਾ ਦੇ ਵਿੱਚ ਆਏ ਜੀ ਲਾਸਟ 24 ਘੰਟਿਆਂ ਵਿੱਚ 14,392 ਕੇਸ, ਜੋ ਕਿ ਉੱਥੇ ਇਸ ਟਾਈਮ ਰਿਕਾਰਡ ਮੰਨਿਆ ਜਾ ਰਿਹਾ ਕਿ ਇੰਨੇ ਕੇਸ ਕਦੇ ਵੀ ਸਾਹਮਣੇ ਨਹੀਂ ਆਏ ਸੀ। ਇੱਕ ਵਾਰ ਫਿਰ ਤੋਂ ਇਹ ਜੋ ਕੇਸਾਂ ਦੀ ਗਿਣਤੀ ਹੈ ਇੱਕ ਵਾਰ ਫਿਰ ਤੋਂ ਰੇਸ ਵਿੱਚ ਆ ਗਈ ਹੈ ਜੀ, ਇੱਕ ਵਾਰ ਫਿਰ ਵਧਣ ਲੱਗ ਗਏ ਨੇ ਸਾਰੇ ਪਾਸੇ ਕੇਸ। ਤਰਾਣੀ ਦੇ ਵਿੱਚ ਇੱਕ ਕੋਰਟ ਨੂੰ ਬੰਦ ਕਰਨਾ ਪਿਆ ਕਿਉਂਕਿ ਉੱਥੇ ਇੱਕ ਬੰਦੇ ਨੂੰ ਖੰਘ ਰੇਸ਼ਾ ਬੁਖਾਰ ਸੀ ਅਤੇ ਇੱਕ ਸ਼ੱਕ ਦੇ ਦਾਇਰੇ ਦੇ ਵਿੱਚ ਸੀਗਾ ਕਿ ਸ਼ਾਇਦ ਪੋਜ਼ੀਟਿਵ ਹੋ ਸਕਦਾ, ਇਸ ਕਰਕੇ ਬੰਦ ਕਰਨੀ ਪੈ ਗਈ ਪੂਰੀ ਦੀ ਪੂਰੀ ਕੋਰਟ। ਕਿਸੇ ਨੂੰ ਸਜ਼ਾ ਹੋ ਰਹੀ ਹੈ ਇਹਨਾਂ ਦਿਨਾਂ ਵਿੱਚ, ਉਹ ਖੰਘਣ ਛਿੱਕਣ ਲੱਗ ਜਾਏ ਤਾਂ ਹੋ ਸਕਦਾ ਕਿ ਉਹਦੀ ਸਜ਼ਾ ਕੁਛ ਟਾਈਮ ਦੇ ਲਈ ਟਲ ਸਕਦੀ ਹੈ ਜੀ। ਲਿਵਰਪੂਲ ਦੀ ਜੇ ਗੱਲ ਕਰੀਏ ਤਾਂ ਲਿਵਰਪੂਲ ਦੇ ਵਿੱਚ 2 ਕਰੋੜ ਬੰਦਿਆਂ ਨੂੰ ਸਟ੍ਰਿਕਟ ਤੌਰ 'ਤੇ ਲੋਕਡਾਊਨ ਵਿੱਚ ਰੱਖਿਆ ਜਾਏਗਾ ਜੀ। ਰੱਖਣ ਦਾ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋ ਚੱਲ ਰਹੀ ਹੈ ਜੀ, ਕਿਉਂਕਿ ਉੱਥੇ ਕਿਸੇ ਵੀ ਤਰ੍ਹਾਂ ਵਾਰਿੰਗਟਨ, ਹਾਰਟਲਪੂਲ ਅਤੇ ਮਿਡਸਬਰਗ ਜਿਹੜੇ ਇਹਨਾਂ ਨੂੰ ਰੋਕਣ ਦੀ ਲੋੜ ਆ, ਜਿਹੜੇ ਬਹੁਤ ਹੀ ਜ਼ਿਆਦਾ ਕੇਸ ਤੇਜ਼ੀ ਦੇ ਨਾਲ ਵੱਧ ਰਹੇ ਨੇ। ਇਟਲੀ ਵੱਲੋਂ ਇੱਕ ਨਵਾਂ ਬਿਆਨ ਹੈ ਜੀ, ਆਪਣੇ ਪ੍ਰੀਮੀਅਰ ਕੋਂਤੇ ਜੀ ਜੋਜ਼ੇਪੇ ਕੋਂਤੇ ਜੀ ਕਹਿ ਰਹੇ ਨੇ ਜੀ ਕਿ ਇਟਲੀ ਦੇ ਵਿੱਚ ਜੋ ਐਮਰਜੈਂਸੀ ਹੈ ਇਹਨੂੰ ਲਾਗੂ ਕਰ ਦਿੱਤਾ ਜਾਏਗਾ ਜੀ 31 ਜਨਵਰੀ 2021 ਤੱਕ। ਐਮਰਜੈਂਸੀ ਦਾ ਜਿਹੜਾ ਐਮਰਜੈਂਸੀ ਡਿਕਲੇਅਰ ਸੀ ਪਹਿਲਾਂ, ਹੁਣ 31 ਜਨਵਰੀ 2021 ਤੱਕ ਕਰ ਦਿੱਤੀ ਜਾਣੀ ਹੈ ਜੀ। ਜਰਮਨ ਵੀ ਪਿੱਛੇ ਨਹੀਂ ਰਿਹਾ। ਜਰਮਨ ਦੇ ਵਿੱਚ ਲਾਸਟ 24 ਘੰਟਿਆਂ ਦੇ ਵਿੱਚ 2503 ਕੇਸ ਆਇਆ ਸਾਹਮਣੇ। ਇਜ਼ਰਾਈਲ ਦੇ ਵਿੱਚ ਵੀ ਤਕਰੀਬਨ 9000 ਕੇਸ ਆਏ ਨੇ ਜੀ। ਲਾਸਟ 24 ਘੰਟੇ ਵਿੱਚ 8919 ਕੇਸ ਆਏ ਨੇ। ਅਤੇ ਰੇਜੋ ਏਮੀਲੀਆ ਵੱਲੋਂ ਆਇਆ ਜੀ ਇੱਕ ਬਿਆਨ ਹੈ ਜੀ। ਰੇਜੋ ਏਮੀਲੀਆ ਦੇ ਪ੍ਰੈਜ਼ੀਡੈਂਟ ਸਟੇਫਾਨੋ ਬੋਨਾਚੀਨੀ ਜਿਨ੍ਹਾਂ ਦਾ ਨਾਮ, ਉਹ ਕਹਿ ਰਹੇ ਨੇ ਕਿ ਰੇਜੋ ਏਮੀਲੀਆ ਦੇ ਏਰੀਏ ਦੇ ਵਿੱਚ ਜਿੰਨੀ ਚਾਹੀਦੀ ਆ ਆਪਣੀ ਵੈਕਸੀਨ ਐਂਟੀ ਇਨਫਲੂਐਂਸਾ ਵਾਲੀ ਜੋ ਸਿਆਲਾਂ ਦੇ ਖੰਘ ਰੇਸ਼ਾ ਬੁਖਾਰ ਦੇ ਲਈ ਹੁੰਦੇ ਆ, ਉਹਨੂੰ ਵਧਾ ਦਿੱਤਾ ਜਾਏਗਾ। ਜੇ 100-200 ਆ ਰਿਹਾ ਤਾਂ ਉਹਨਾਂ ਨੂੰ 400-500 ਕੀਤਾ
ਜਾਊਗਾ ਜੀ। ਸਕੂਲਾਂ ਦੀ ਗੱਲ ਕਰੀਏ ਜੇ ਕਾਵਾ ਦੀ ਤਿਰੈਣੀ ਵਿੱਚ 2 ਸਟੂਡੈਂਟ ਪੋਜ਼ਿਟਿਵ, ਸਕੂਲ ਕਰਨਾ ਪੈ ਗਿਆ ਬੰਦ ਬੱਚਿਆਂ ਦਾ ਸਕੂਲ ਐਲੀਮੈਂਟਰੀ ਜੋ ਕਿ 5ਵੀਂ ਤੱਕ ਹੁੰਦਾ ਜੀ। ਨਵਾਰਾ ਦੇ ਵਿੱਚ ਇੱਕ ਸਰ ਬਿਨਾਂ ਮਾਸਕਰਾਂ ਤੋਂ ਕਲਾਸ ਦੇ ਵਿੱਚ ਆਇਆ ਜੀ। ਪੁਲਿਸ ਪ੍ਰਿੰਸੀਪਲ ਨੇ ਬੁਲਾ ਲਈ, ਪੁਲਿਸ ਛਾਂਗੀਆਂ ਉਹਦੀਆਂ ਲੱਤਾਂ, ਜੇ ਇੰਡੀਆ ਹੁੰਦਾ ਤਾਂ ਉਹਦੀਆਂ ਲੱਤਾਂ ਜ਼ਰੂਰ ਛਾਂਗੀਆਂ ਜਾਣੀਆਂ ਸੀ। ਇੱਥੇ ਸ਼ਾਇਦ ਉਹਨੂੰ ਚੇਤਾਵਨੀ ਦੇ ਕੇ ਹੀ ਛੱਡ ਦਿੱਤਾ ਹੋਵੇ। ਤੇ ਇਹ ਸੀ ਅੱਜ ਦੀਆਂ ਮੇਨ ਖਬਰਾਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਹੁਣ ਚੱਲਦੇ ਹਾਂ ਜੀ ਸਭ ਤੋਂ ਮੇਨ ਖਬਰ ਵੱਲ ਜੋ ਤੁਸੀਂ ਇੰਤਜ਼ਾਰ ਕਰ ਰਹੇ ਹੋ, ਇਟਲੀ ਦੇ ਪੇਪਰਾਂ ਬਾਰੇ, ਇਟਲੀ ਦੀ ਇਮੀਗ੍ਰੇਸ਼ਨ ਬਾਰੇ। ਇਟਲੀ ਦੇ ਵਿੱਚ ਜਿਨ੍ਹਾਂ ਨੇ 2020 ਦੇ ਪੇਪਰ ਭਰੇ ਨੇ ਉਹਨਾਂ ਲਈ ਖੁਸ਼ਖਬਰੀ ਹੈ ਜੀ ਕਿ ਸਰਕਾਰ ਗੌਰਮੈਂਟ ਸਰਕਾਰ ਨੇ ਬੁਲਾਉਣੇ ਸ਼ੁਰੂ ਕਰਤੇ ਨੇ ਜੀ ਪੇਪਰ। ਜਿਨ੍ਹਾਂ ਨੇ ਭਰੇ ਨੇ ਪੇਪਰ, ਇਹਨਾਂ ਨੂੰ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਹੋ? ਜਿਸ ਵੀ ਬੰਦੇ ਨੇ ਭਰੇ ਆ ਉਸ ਬੰਦੇ ਦਾ ਮਾਲਕ, ਉਹਦੇ ਕੋਲ ਮਾਲਕ ਕਾਫ CGL ਨੇ ਜਿਨ੍ਹਾਂ ਦੇ ਨਾਲ ਵੀ ਉਹਨੇ ਭਰਿਆ। ਸਪੀਡ ਦੇ ਨਾਲ ਇਹ ਪੇਪਰ ਭਰੇ ਗਏ ਸੀ ਅਤੇ ਉਹ ਸਪੀਡ ਦੇ ਨਾਲ ਹੀ ਦੁਬਾਰਾ ਚੈੱਕ ਕੀਤਾ ਜਾ ਸਕਦਾ। ਹਰ ਇੱਕ ਚੀਜ਼ ਦਾ ਮਤਲਬ ਕੀ ਹੈ ਤੁਹਾਨੂੰ ਉਸ ਚੀਜ਼ ਦਾ ਅਸੀਂ ਮਤਲਬ ਦੱਸਦੇ ਹਾਂ ਜੀ। ਹੁਣ ਜੂਨ ਦੇ ਜਿਹੜੇ ਮਹੀਨੇ ਦੇ ਵਿੱਚ ਭਰੇ ਹੋਏ ਬੰਦੇ ਨੇ ਜੀ ਉਹਨਾਂ ਦਾ ਨਾਮ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ ਜੂਨ ਤੋਂ ਜੁਲਾਈ ਦੇ ਵਿੱਚ ਸੀਗਾ। ਜਿਨ੍ਹਾਂ ਬੰਦਿਆਂ ਦੇ ਜੁਲਾਈ ਤੋਂ ਅਗਸਤ ਵਿੱਚ ਭਰੇ ਗਏ ਨੇ ਪੇਪਰ, ਉਹਨਾਂ ਨੂੰ ਘੱਟ ਤੋਂ ਘੱਟ ਮੋਟਾ ਜੇ ਹਿਸਾਬ ਲਾਈਏ ਉਹਨਾਂ ਨੂੰ ਹੋਰ 1.5 ਤੋਂ 2 ਮਹੀਨੇ ਰੁਕਣਾ ਪੈ ਸਕਦਾ ਜੀ, ਕਿਉਂਕਿ ਇਸ ਟਾਈਮ ਜੂਨ ਦੇ ਪਹਿਲੇ 15 ਦਿਨ ਚੱਲ ਰਹੇ ਨੇ। ਉਸ ਤੋਂ ਬਾਅਦ ਦੇ ਬੰਦਿਆਂ ਨੂੰ ਵੀ ਵਾਰੀ ਲੱਗ ਰਹੀ ਹੈ। ਅਤੇ ਇਟਲੀ ਦੇ ਵਿੱਚ ਇੱਕ ਸੱਚ ਹੋਰ ਅਪਡੇਟ ਰਹਿ ਗਿਆ ਸੀ, ਸ਼ਾਇਦ ਕਿਸੇ ਦੇ ਕੰਮ ਦਾ ਨਾ ਹੋਵੇ ਪਰ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਟਲੀ ਦੇ ਵਿੱਚ ਅੱਜ ਤੋਂ ਜਿਹੜੀ ਹਾਰਮੋਨ ਥੈਰੇਪੀ ਹੈ ਜੀ, ਇਹ ਪੂਰੀ ਦੀ ਪੂਰੀ ਟੋਟਲੀ ਫ੍ਰੀ ਹੋ ਚੁੱਕੀ ਹੈ ਜੀ। ਜੇਕਰ ਕੋਈ ਵੀ ਬੰਦਾ ਆਪਣਾ ਜੈਂਡਰ ਚੇਂਜ ਕਰਨਾ ਚਾਹੁੰਦਾ ਹੋਵੇ ਤਾਂ ਇਟਲੀ ਦੇ ਵਿੱਚ ਬਿਲਕੁਲ ਹੀ ਫ੍ਰੀ ਕਰ ਸਕਦਾ ਹੈ ਜੀ। ਚੱਲਦੇ ਹਾਂ ਜੀ ਦੁਬਾਰਾ ਆਪਣੀਆਂ ਖਬਰਾਂ ਵੱਲੋਂ। ਪਰ ਜੇਕਰ ਕੋਈ ਵੀ, ਜ਼ਿਆਦਾਤਰ ਇਹ ਜਿਹੜਾ ਜੈਂਡਰ ਚੇਂਜ ਕਰਨ ਵਾਲੀ ਹੈ ਜੀ, ਉਹ ਬੰਦੇ ਤੋਂ ਹੀ ਔਰਤ ਵਿੱਚ ਕਨਵਰਟ ਹੋ ਜਾਂਦਾ ਹੈ ਜੀ। ਔਰਤ ਤੋਂ ਬੰਦੇ ਦੇ ਵਿੱਚ ਕਨਵਰਟ ਹੋਣਾ ਸ਼ਾਇਦ ਥੋੜ੍ਹਾ ਮੁਸ਼ਕਿਲ ਹੈ, ਇਹਦੇ ਬਾਰੇ ਸਾਨੂੰ ਨਹੀਂ ਪਤਾ। ਹੁਣ ਚੱਲਦੇ ਹਾਂ ਜੀ ਆਪਣੀ ਮੇਨ ਖਬਰ ਵੱਲ। ਇਟਲੀ ਦੀ ਅਪਡੇਟ ਇਮੀਗ੍ਰੇਸ਼ਨ ਬਾਰੇ ਜੀ। ਕਸਤੂਰੇ ਵਾਲੇ ਬੁਲਾਉਣਾ ਸ਼ੁਰੂ ਕਰ ਦਿੱਤੇ ਨੇ। ਸਭ ਤੋਂ ਪਹਿਲਾਂ ਕੀ ਹੋ ਸਕਦਾ ਜੀ, ਜਿਸ ਟਾਈਮ ਸਪੀਡ ਨਾਲ ਤੁਸੀਂ ਐਂਟਰ ਹੋ ਕੇ ਚੈੱਕ ਕਰੋ, ਉੱਥੇ ਲਿਖਿਆ ਹੋ ਸਕਦਾ ਇਨ ਅਤੇਜ਼ਾ ਪਰੇਰੇ ਕੁਐਸਤੂਰਾ। ਇਹਦਾ ਮਤਲਬ ਕੀ ਹੈ ਜੀ? ਕੁਐਸਤੂਰੇ ਵਾਲੇ ਚੈੱਕ ਕਰ ਰਹੇ ਨੇ ਮਾਲਕ, ਅਤੇ ਮਾਲਕ ਦੇ ਸਿਰ ਕੋਈ ਕੇਸ ਤਾਂ ਨਹੀਂ ਹੈਗਾ, ਕੋਈ ਕ੍ਰਿਮੀਨਲ ਚੀਜ਼ ਹੈ ਇੱਦਾਂ ਦੀ ਉਹਨੇ ਸਾਰੇ ਟੈਕਸ ਟੂਕਸ ਤਾਰੇ ਨੇ ਜਾਂ ਨਹੀਂ ਕੀਤੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਾਲਕ ਦੇ ਉੱਤੇ ਇਨਕੁਆਇਰੀ ਚੱਲ ਰਹੀ ਹੈ ਜੀ। ਇਸ ਚੀਜ਼ ਦਾ ਮਤਲਬ ਇਹ ਹੈ ਜੀ। ਉਸ ਤੋਂ ਬਾਅਦ ਇੱਕ ਹੋਰ ਗੱਲ ਲਿਖੀ ਹੋ ਸਕਦੀ ਹੈ ਜੀ, ਅਤੇਜ਼ਾ ਪਰੇਰੇ ETL ਕੀ ਹੁੰਦਾ ਜੀ? ETL ਹੁੰਦਾ ਇਸਪੈਤੋਰਾਤੋ territoriale del lavoro। ਪਹਿਲਾਂ ਇਹਨੂੰ ਇਸਪੈਤੋਰਾਤੋ ਲਵੋਰੋ ਹੀ ਕਿਹਾ ਜਾਂਦਾ ਸੀ, ਹੁਣ ਇਹਦਾ ਨਾਮ ਚੇਂਜ ਕਰ ਦਿੱਤਾ ਗਿਆ ਜੀ। ਇਹਦਾ ਮਤਲਬ ਕੀ ਹੈ ਜੀ ਕਿ ਚੈੱਕ ਕੀਤੇ ਜਾ ਰਹੇ ਨੇ ਕਿ ਜਿਹੜੀ ਮਾਲਕ ਦੀ ਅਰਾਇਦੀ ਤੋਂ ਆ ਪੂਰੀ ਹੈਗੀ ਆ ਕਿ ਨਹੀਂ, ਖੁਦ ਮਾਲਕ ਦਾ ਪੂਰਾ ਹੈ ਜਾਂ ਨਹੀਂ। ਇਹਦਾ ਮਤਲਬ ਇਹ ਦੱਸਿਆ ਜਾਂਦਾ ਜੀ, ਇਹਦਾ ਮਤਲਬ ਇਹ ਬਣਦਾ ਜੀ। ਜਾਂ ਫਿਰ ਲਿਖਿਆ ਹੋ ਸਕਦਾ ਜੀ ਇੰਟੀਗ੍ਰੇਸ਼ਨੇ ਦਾਤੀ ਤੁਹਾਡੇ ਪੇਪਰਾਂ ਦੇ ਵਿੱਚ। ਉਹਦਾ ਮਤਲਬ ਹੈ ਜੀ ਕਿ ਤੁਹਾਡਾ ਕੋਈ ਨਾ ਕੋਈ ਪੇਪਰ ਮਿਸ ਆ। ਹੁਣ ਕਿਹੜਾ ਮਿਸ ਹੈ? ਪੇਪਰ ਮਾਲਕ ਦਾ ਮਿਸ ਹੋ ਸਕਦਾ ਜਾਂ ਬੰਦੇ ਦੀ ਕੋਈ ਚੀਜ਼ ਗਲਤ ਹੋ ਸਕਦੀ ਹੈ। ਪੇਪਰ ਮਿਸ ਹੋਵੇ ਤਾਂ ਲਿਖਿਆ ਹੋਣਾ ਜੀ ਇੰਟੀਗ੍ਰੇਸ਼ਨੇ ਦਾਤੀ। ਅਤੇ ਇਸ ਕੇਸ ਦੇ ਵਿੱਚ ਤੁਹਾਨੂੰ ਡਰਨ ਦੀ ਲੋੜ ਨਹੀਂ। ਤੁਹਾਨੂੰ ਕੁਐਸਤੂਰੇ ਵਾਲੇ ਆਪ ਸੱਦਾ ਭੇਜਣਗੇ ਜੀ, ਇਨਵੀਟੇਸ਼ਨ ਕਾਰਡ ਭੇਜਣਗੇ ਵੀ ਆ ਜਾਓ, ਆਪਣਾ ਜਿਹੜਾ ਪੇਪਰ ਵਾਧਾ ਘੱਟਦਾ ਸਾਡੇ ਕੋਲ ਪਹੁੰਚਾਓ ਜੇ ਤੁਸੀਂ ਪੇਪਰ ਲੈਣੇ ਚਾਹੁੰਦੇ ਹੋ ਜੀ। ਅਤੇ ਜੇਕਰ ਮਾੜੀ ਕਿਸਮਤ ਹੋਵੇ ਤੇ ਲਿਖਿਆ ਹੋ ਸਕਦਾ ਜੀ ਅਤੇਜ਼ਾ ਰਿਜੈਕਟੋ, ਕਿ ਜਿਹੜਾ ਤੁਹਾਡਾ ਪੇਪਰ ਆ ਉਹ ਰਿਜੈਕਟ ਕੀਤੇ ਜਾਣਗੇ। ਰਿਜੈਕਟ ਕਰਨ ਦੀ ਉਡੀਕ ਦੇ ਵਿੱਚ ਨੇ, ਡਰਨ ਵਾਲੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਜੇਕਰ ਇੱਦਾਂ ਦਾ ਤੁਹਾਡੇ ਆਨਲਾਈਨ ਟਰਮੀਨਾਲ ਦੇ ਉੱਤੇ ਇਸ ਤਰ੍ਹਾਂ ਦਾ ਕੁਛ ਲਿਖਿਆ, ਡਰਨ ਦੀ ਕੋਈ ਲੋੜ ਨਹੀਂ। ਉਹਦੇ ਵਿੱਚ ਲਿਖਿਆ ਹੋਣਾ ਕਿਉਂ ਤੁਹਾਡੇ ਪੇਪਰ ਕੈਂਸਲ ਕੀਤੇ ਜਾ ਰਹੇ ਨੇ, ਅਤੇ ਉਹਦੇ ਵਿੱਚ ਵਜ੍ਹਾ ਦਿੱਤੀ ਹੋਊਗੀ। ਤੁਹਾਨੂੰ ਟਾਈਮ ਹੋਣਾ, ਘਰ ਚਿੱਠੀ ਆਊਗੀ ਤਾਂ 10 ਦਿਨ ਦਾ ਟਾਈਮ ਹੁੰਦਾ, ਜਾਂ ਉੱਥੋਂ ਪੜ੍ਹ ਲਓ, ਤੁਹਾਡੇ ਕੋਲ ਫਿਰ ਚਿੱਠੀ ਆਉਣ ਤੋਂ ਪਹਿਲਾਂ ਦਾ ਟਾਈਮ ਆ। ਇਹਦੇ ਨਾਲ ਤੁਸੀਂ ਕਾਫ CGL ਜਾਂ ਫਿਰ ਤੁਸੀਂ ਕੋਈ ਵਕੀਲ ਜਿਹੜਾ ਹੁੰਦਾ ਇਮੀਗ੍ਰੇਸ਼ਨ ਵਾਲਾ ਵਕੀਲ, ਉਹਦੇ ਨਾਲ ਕੰਟੈਕਟ ਕਰਕੇ ਤੁਸੀਂ ਆਪਣਾ ਜਿਹੜਾ ਕਰ ਸਕਦੇ ਹੋ ਜੀ, ਆਪਣਾ ਸਹੀ ਕਰ ਸਕਦੇ ਹੋ ਜਿਹੜੀ ਵੀ ਤੁਹਾਡੇ ਵਿੱਚ ਪ੍ਰੋਬਲਮ ਚੱਲਦੀ ਹੈ। ਅਤੇ ਉਸ ਤੋਂ ਬਾਅਦ ਜੇਕਰ ਸਭ ਕੁਝ ਠੀਕ ਹੋਇਆ, ਆਪਣਾ ਰਿਜੈਕਟੋ ਵਿੱਚ ਨਾ ਲਿਖਿਆ ਹੋਇਆ ਤਾਂ ਉਸ ਕੇਸ ਦੇ ਵਿੱਚ ਤੁਹਾਨੂੰ ਆਉਣਾ ਜੀ ਕਿ ਤੁਸੀਂ ਮਾਲਕ ਅਤੇ ਜਿਹੜਾ ਬੰਦਾ ਜਿਹਦੇ ਪੇਪਰ ਭਰੇ ਨੇ ਆ ਕੇ ਪਧਾਰੋ ਜੀ, ਆਪਣੇ ਜਿਹੜੇ ਪੇਪਰ ਆ ਉਹ ਲੈ ਜਾਓ। ਇੱਕ ਗੱਲ ਸੱਚ ਮੇਰੇ ਦਿਮਾਗ 'ਚ ਹੁਣੇ ਹੀ ਆਈ ਪੇਪਰਾਂ ਤੋਂ, ਬਹੁਤ ਬੰਦੇ ਮੈਨੂੰ ਪੁੱਛ ਰਹੇ ਨੇ ਜੀ ਸਾਡਾ ਕੋਦ 'ਚ ਫਿਸਕਾਲੇ ਨਹੀਂ ਹੈਗਾ।
ਉਹ ਭਾਈ ਜਿੰਨੇ ਵੀ ਬੰਦੇ ਜਿਹਨੇ 2 ਨੰਬਰ 'ਚ ਇਟਲੀ 'ਚ ਰਹਿ ਰਹੇ ਸੀ, ਹਰ ਇੱਕ ਬੰਦੇ ਦਾ ਕੋਡੀਸੇ ਫਿਸਕਾਲੇ ਹੈਗਾ। ਜਦੋਂ ਤੁਹਾਡਾ ਪੇਪਰ ਭਰੇ ਗਏ ਨੇ, ਹਰ ਇੱਕ ਬੰਦੇ ਨੂੰ ਟੈਂਪਰੇਰੀ ਕੋਡੀਸੇ ਫਿਸਕਾਲੇ ਦੇ ਦਿੱਤਾ ਗਿਆ, ਜਿਹੜਾ 2 4 5 6 8 ਨੰਬਰਾਂ ਦਾ, ਇੱਕ 8 ਨੰਬਰ ਹੁੰਦੇ ਨੇ, 5 7 4 ਇੱਦਾਂ ਦਾ ਕੁਝ ਵੀ ਲਿਖਿਆ ਹੋ ਸਕਦਾ। ਤੁਸੀਂ ਜਿਸ ਵੀ ਬੰਦੇ ਨੇ ਤੁਹਾਡੇ ਪੇਪਰ ਭਰੇ ਆ ਉਹਨੂੰ ਕਹੋ ਮਿਨਿਸਟਰ dell'interno ਦੀ ਵੈਬਸਾਈਟ ਉੱਤੇ ਜਾਵੇ ਅਤੇ ਤੁਹਾਡਾ ਜਿਹੜਾ ਕੋਡੀਸੇ ਫਿਸਕਾਲੇ ਆ ਉਹ ਉਹਦੇ ਤੋਂ ਤੁਸੀਂ ਵਾਪਸ ਲੈ ਸਕਦੇ ਹੋ, ਜਾਂ ਫਿਰ ਲੈ ਸਕਦੇ ਹੋ। ਅੱਖਰ ਹੀ ਆ, ਕੋਈ ਖਾਸ ਨਹੀਂ ਹੈਗਾ, ਟੈਂਪਰੇਰੀ ਕੋਡੀਸੇ ਫਿਸਕਾਲੇ ਆ ਜੀ। ਉਨੀਲਾਵ ਅੱਛਾ ਪੋਸਟਾ certificata, ਇੱਕ ਸੱਚ ਹੋਰ ਗੱਲ ਰਹਿ ਗਈ ਜੀ। ਪੋਸਟਾ certificata ਕੀ ਹੈ ਜੀ? ਪੋਸਟਾ certificata ਹੁੰਦਾ ਜੀ ਪੈਕ ਨੂੰ ਕਹਿੰਦੇ ਜੀ, ਪੋਸਟਾ ਇਲੈਕਟ੍ਰੋਨਿਕਾ certificata। ਇਹ ਕੀ ਹੁੰਦਾ? ਮੇਰੇ ਹਿਸਾਬ ਨਾਲ ਮੈਂ 2-4 ਸਾਲ ਤੋਂ ਤਕਰੀਬਨ ਇਹਨੂੰ ਯੂਜ਼ ਕਰ ਰਿਹਾ। ਹਰ ਇੱਕ ਬੰਦਾ ਜਿਹਦੇ ਕੋਲ ਆਪਣਾ ਕੰਮ, ਆਪਣਾ ਉਹਨਾਂ ਦਾ ਕੰਮ ਚੱਲ ਰਿਹਾ, ਜਾਂ ਫਿਰ ਕਿਸੇ ਨੇ ਸਰਕਾਰੀ ਕੰਮ ਕਰਨੇ ਦਾ, ਉਹਦੇ ਕੋਲ ਪੋਸਟ ਪੈਕ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਜਿੰਨੇ ਵੀ ਵਕੀਲ ਨੇ ਸਾਰਿਆਂ ਦੇ ਕੋਲ ਪੈਕ। ਤੁਸੀਂ ਕਸਤੂਰੇ ਨੂੰ ਈਮੇਲ ਕਰਨੀ ਹੈ, ਤੁਸੀਂ ਫਿਤੂਰੇ ਨੂੰ ਈਮੇਲ ਕਰਨੀ ਹੈ, ਸਰਕਾਰੀ ਕਿਸੇ ਵੀ ਦਫ਼ਤਰ 'ਚ ਤੁਸੀਂ ਈਮੇਲ ਕਰਨੀ ਹੈ, ਇੰਪਸ ਵਿੱਚ ਈਮੇਲ ਕਰਨੀ ਹੈ, ਤੁਹਾਡੀ ਜਿਹੜੀ ਈਮੇਲ ਪੈਕ ਰਾਹੀਂ ਕੀਤੀ ਉਹਦਾ ਜਿਹੜਾ ਬਹੁਤ ਹੀ ਵੱਡਾ ਉਹ ਮੰਨਿਆ ਜਾਂਦਾ ਜੀ। ਜੇ ਤੁਸੀਂ ਨੋਰਮਲ ਜੀਮੇਲ ਜਾਂ ਯਹੂ ਦੀ ਕਿਸੇ ਵੀ ਈਮੇਲ ਤੋਂ ਕਰੋਗੇ, ਉਹ ਖਾਸ ਵਿੱਚ ਨਹੀਂ ਮੰਨੀ ਜਾਂਦੀ। ਕਈ ਵਾਰ ਤਾਂ ਜਿਹੜਾ ਸਿਸਟਮ ਆ ਸਕਰਤਾਰੇ ਕਰ ਦਿੰਦਾ, ਉਹਨੂੰ ਸਪੈਮ ਦੇ ਵਿੱਚ ਰੱਖ ਦਿੰਦਾ, ਜਾਂ ਉਹਨੂੰ ਸ਼ੋਅ ਹੀ ਨਹੀਂ ਕਰਦਾ। ਕਈ ਵਾਰ ਹੋਇਆ ਹੋਣਾ ਕਿ ਤੁਸੀਂ ਈਮੇਲਾਂ ਕਰਦੇ ਆ ਕਿ ਮੂਹਰੇ ਕੋਈ ਜਵਾਬ ਨਹੀਂ ਆਉਂਦਾ। ਇੱਕ ਹੋਰ ਬਹੁਤ ਵੱਡੀ ਗੱਲ ਹੈ, ਪੈਕ ਨੂੰ ਤੁਸੀਂ ਕਿਸ ਹਿਸਾਬ ਦੇ ਨਾਲ ਯੂਜ਼ ਕਰ ਸਕਦੇ ਹੋ। ਕਈ ਵਾਰ ਬੰਦਿਆਂ ਨੂੰ ਲਵਾਉਣਾ ਪੈਂਦਾ ਹੁੰਦਾ ਦਾਤਾ ਚਹਿਰਤਾ, ਜਾਣੀ ਇੱਕ ਮੋਹਰ ਲਵਾਉਣੀ ਪੈਂਦੀ ਆ ਕਮੂਨੇ ਦੇ ਵਿੱਚ ਜਾ ਕੇ ਜਾਂ ਪੋਸਟ ਆਫਿਸ ਵਿੱਚ ਜਾ ਕੇ, ਕਿ ਆਹ ਜੋ ਡਾਕੂਮੈਂਟ ਆ ਅੱਜ ਅਸੀਂ ਮੋਹਰ ਲਵਾਈ ਸੀ। ਜਿੱਦਾਂ ਕੰਟਰੈਕਟ ਕਿਸੇ ਨੇ ਰਜਿਸਟਰ ਕਰਾਉਣਾ ਹੋਵੇ, ਜੇਕਰ ਕਿਸੇ ਬੰਦੇ ਨੇ ਕੋਈ ਕੰਟਰੈਕਟ ਰਜਿਸਟਰ ਕਰਾਉਣਾ, ਉਹ 10 20 30 ਯੂਰੋ ਨਹੀਂ ਦੇਣਾ ਚਾਹੁੰਦਾ, ਕੋਈ ਚੱਕਰ ਨਹੀਂ। ਜੋ ਵੀ ਤੁਹਾਡਾ ਕੰਟਰੈਕਟ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ, ਉਹਦੀਆਂ ਫੋਟੋਆਂ ਖਿੱਚੋ, PDF ਬਣਾਓ, ਪੈਕ ਤੋਂ ਜਿਸ ਵੀ ਬੰਦੇ ਨੂੰ ਭੇਜਣਾ ਈਮੇਲ ਭੇਜ ਦਿਓ। ਪੈਕ ਦੇ ਨਾਲ ਤੁਹਾਡਾ ਉਹ ਵੈਲਿਡ ਪ੍ਰੂਫ ਮੰਨਿਆ ਜਾਣਾ। ਅਤੇ ਇੱਕ ਹੋਰ ਗੱਲ ਜੀ, ਪੈਕ ਅਸਲ ਦੇ ਵਿੱਚ ਕੀ ਹੈ? ਜਿੱਦਾਂ ਪਹਿਲਾਂ ਰਕਮੰਦਾਤਾ ਹੁੰਦਾ ਸੀ, ਜਿੱਦਾਂ ਟੈਲੀਗ੍ਰਾਮ ਹੁੰਦਾ ਸੀ, ਹੁਣ ਇਹ ਇਲੈਕਟ੍ਰੋਨਿਕ ਰਕਮੰਦਾਤਾ ਤੁਸੀਂ ਇਹਨੂੰ ਮੰਨ ਸਕਦੇ ਆ ਜੀ। ਇਹਦੇ ਨਾਲ ਕੀ ਹੋਣਾ ਜੀ? ਇਹਦੇ ਨਾਲ ਇਹੀ ਹੋਣਾ ਕਿ ਤੁਹਾਡੇ ਕੋਲ ਪ੍ਰੂਫ ਹੈ ਕਿ ਇੰਨੀ ਤਰੀਕ ਨੂੰ ਤੁਸੀਂ ਇਹ ਕੰਮ ਕੀਤਾ ਸੀ। ਪੈਕ ਦੇ ਜਿਹੜੀ ਡੇਟ ਵਾ ਉਹਨੂੰ ਆਫੀਸ਼ੀਅਲ ਮੰਨਿਆ ਜਾਂਦਾ। ਬਹੁਤ ਕੇਸਾਂ ਦੇ ਵਿੱਚ ਇੱਦਾਂ ਹੁੰਦਾ, ਜਿੱਦਾਂ ਅਸੀਂ ਕਿਸੇ ਕਲਾਇੰਟ ਨਾਲ ਜਿਹੜਾ ਕੰਟਰੈਕਟ ਕਰਦੇ ਹਾਂ, ਉਹਦੇ ਵਿੱਚ ਅਸੀਂ ਪੈਕ ਤੋਂ ਇੱਕ ਦੂਜੇ ਨੂੰ ਈਮੇਲ ਭੇਜੀ ਦੀ ਆ। ਉਹਦੇ ਨਾਲ ਕਿਆ ਹੋ ਜਾਂਦਾ, ਕੱਲ੍ਹ ਨੂੰ ਕੋਈ ਬੰਦਾ ਕਹੇ ਵੀ ਤੁਹਾਡਾ ਕੰਟਰੈਕਟ ਇਸ ਬੰਦੇ ਦੇ ਨਾਲ ਕਦੋਂ ਹੋਇਆ ਸੀ, ਜਿਹੜਾ ਮਾਲਕ ਦੇ ਨਾਲ, ਬੰਦੇ ਜਿਹੜੇ ਕੰਮ ਕਰਦੇ ਉਹਨਾਂ ਦੀ ਨਹੀਂ ਗੱਲ ਕਰ ਰਹੇ ਸੀ, ਮਾਲਕਾਂ ਦੇ ਨਾਲ ਜਿਹੜਾ ਸਾਡਾ ਕੰਟਰੈਕਟ ਆ ਕਦੋਂ ਹੋਇਆ ਸੀ, ਉਹ ਫਿਰ ਪੈਕ ਦਾ ਜਿਹੜੀ ਡੇਟ ਆ ਉਹੀ ਇਸ਼ੂ ਹੋਈ ਮੰਨੀ ਜਾਂਦੀ ਹੈ ਜੀ। ਜੇਕਰ ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਆ ਤਾਂ ਸਾਨੂੰ ਕੰਟੈਕਟ ਕਰੋ, ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਇਹ ਸਿਰਫ ਜਿਹੜੇ ਬੰਦਿਆਂ ਦੇ ਆਪਣੇ ਕੰਮ ਨੇ ਉਹਨਾਂ ਨੂੰ ਹੀ ਜਾਣਨ ਦੀ ਲੋੜ ਆ। ਨੋਰਮਲ ਜੇ ਤੁਹਾਡਾ ਆਪਣਾ ਕੰਮ ਨਹੀਂ ਹੈਗਾ ਤਾਂ ਫਿਰ ਤੁਹਾਡਾ ਪੈਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹੋਵੇ ਨਾ ਹੋਵੇ, ਤੁਸੀਂ ਇਹਦੇ ਬਾਰੇ ਨਾ ਸੋਚੋ ਜੀ। ਅੱਛਾ ਜੀ, ਇਹ ਸਭ ਕੁਝ ਕਲੀਅਰ ਹੋਵੇ ਜੀ, ਦੁਬਾਰਾ ਵਾਪਸ ਆਉਂਦੇ ਆਪਣੇ ਮੁੱਦੇ 'ਤੇ, ਸਭ ਕੁਝ ਕਲੀਅਰ ਹੋਵੇ ਤਾਂ ਤੁਹਾਨੂੰ ਦੇ ਦਿੱਤੇ ਜਾਣਗੇ ਪੇਪਰ। ਅਤੇ ਹੁਣ ਤੁਸੀਂ ਆਪ ਦੇਖ ਲਓ ਜੀ, ਇੰਨੀਆਂ ਸਾਰੇ ਕੰਟਰੋਲ ਹੋ ਰਹੇ ਨੇ, ਇਸ ਕਰਕੇ ਲੇਟ ਹੋ ਰਿਹਾ ਜੀ ਇਟਲੀ ਦੇ ਜਿਹੜੇ ਭਰੇ ਹੋਏ ਪੇਪਰ। ਜੇ ਤੁਸੀਂ ਪੋਸਟ ਆਫਿਸ ਵਿੱਚ ਜਾ ਕੇ ਜਮ੍ਹਾਂ ਕਰਾਏ ਹੁੰਦੇ ਤਾਂ ਹੁਣ ਤੱਕ ਤੁਹਾਨੂੰ ਮਿਲ ਵੀ ਜਾਣੇ ਸੀ ਜੀ। ਅਤੇ ਇੱਕ ਹੋਰ ਅਪਡੇਟ ਜਿਹਦੇ ਬਾਰੇ ਤੁਹਾਨੂੰ ਦੱਸਣਾ ਜ਼ਰੂਰੀ ਸਮਝਦੇ ਹਾਂ ਜੀ। ਇਟਲੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਵੇਂ ਕੰਟਰੀਬਿਊਟੀ ਪੈਸੇ ਤਾਰਨ ਦੇ ਜਿਹੜੇ ਕਾਨੂੰਨ ਆਏ ਨੇ, ਕਿ ਇਸ ਹਿਸਾਬ ਦੇ ਨਾਲ ਕਿ ਬੰਦਿਆਂ ਨੇ ਪੈਸੇ ਤਾਰਨੇ। ਅੱਛਾ, ਉਹਦੇ ਬਾਰੇ ਕੀ ਹੈ ਜੀ? ਉਹਦੀ ਗੱਲ ਇਹ ਬਾਤ ਹੈ ਕਿ ਜਿਹੜਾ 300 ਯੂਰੋ ਜਾਂ ਫਿਰ 150 ਯੂਰੋ ਜਿਹੜਾ ਹੋਰ ਆਇਆ ਤਾਰਨ ਦਾ, ਉਹ ਕਿਸੇ ਨੇ ਤਾਰਨਾ? ਹਰ ਉਸ ਬੰਦੇ ਨੇ ਤਾਰਨਾ ਜਿਹਨੇ ਪੇਪਰ ਭਰਨ ਵੇਲੇ ਡਿਕਲੇਅਰ ਕੀਤਾ ਕਿ ਮੇਰੇ ਕੋਲ ਇਹ ਬੰਦਾ 2 ਨੰਬਰ ਦੇ ਵਿੱਚ ਕੰਮ ਕਰ ਰਿਹਾ ਸੀ। ਜਿਸ ਬੰਦੇ ਨੇ ਇੱਦਾਂ ਨਹੀਂ ਕਿਹਾ ਕਿ 2 ਨੰਬਰ 'ਚ ਕੰਮ ਕਰ ਰਿਹਾ ਸੀ, ਉਹਨੂੰ ਤਾਰਨ ਦੀ ਲੋੜ ਨਹੀਂ ਹੈਗੀ। ਜਿਨ੍ਹਾਂ ਨੇ ਕਿਹਾ ਮੇਰੇ ਕੋਲ 2 ਨੰਬਰ 'ਚ ਪੇਪਰ ਖੁੱਲ੍ਹਣ ਤੋਂ ਪਹਿਲਾਂ ਕੰਮ ਕਰ ਰਿਹਾ ਸੀਗਾ, ਉਹਨਾਂ ਨੇ ਹੀ ਤਾਰਨਾ ਜੀ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਅੱਜ ਦੀਆਂ ਸਾਡੀਆਂ ਕੁਛ ਖਾਸ ਖਬਰਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ। ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਸਬਸਕ੍ਰਾਈਬ ਧੱਕੇ ਨਾਲ ਗਵਾਉਣ ਤੋਂ ਜ਼ਰੂਰ ਕਰਾਇਓ ਜੀ। ਅਤੇ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਮਿਲਦੇ ਹਾਂ ਜੀ ਆਪਣੇ ਅਗਲੇ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।